ਪਿਆਰੇ ਵਿਦਿਆਰਥੀਓ, ਅੱਜ ਅਸੀਂ ਨਾਵਲਕਾਰ ਨਛੱਤਰ ਦਾ ਨਾਵਲ ਕਵਨ ਦੇਸ ਹੈ ਮੇਰਾ ਦਾ ਕਾਂਡ ਦੂਜਾ ਪੜ੍ਹਾਂਗੇ। ਜਦੋਂ ਕਰਨ ਨੇ ਸਰੀ ਪਹੁੰਚ ਪੀਸੀ ਦੇ ਡਗਲਸ ਕਾਲਜ ਵਿੱਚ ਦਾਖਲਾ ਲਿਆ, ਉਦੋਂ ਪਹਿਲਾਂ 2-3 ਮਹੀਨੇ ਉਸ ਨੂੰ ਆਪਣੀ ਮੰਮੀ ਦੀ ਬਹੁਤ ਯਾਦ ਆਉਂਦੀ ਰਹੀ। ਇਕੱਲੀ ਮੰਮੀ ਕਿਵੇਂ ਘਰ ਚਲਾਉਂਦੀ ਹੋ। ਜਿਸ ਜਾਣ ਪਛਾਣ ਵਾਲੇ ਬੰਦੇ ਦੀ ਸਰੀ ਵਿਚਲੀ ਬੇਸਮੈਂਟ ਵਿੱਚ ਕਰਨ ਇੰਡੀਆ ਤੋਂ ਆ ਠਹਿਰਿਆ ਸੀ, ਉੱਥੇ ਰਾਤ ਨੂੰ ਆਪਿਆ ਆਪਣੀ ਮੰਮੀ ਦੇ ਯਾਦ ਆਉਣ ਤੇ ਉਹ ਬਹੁਤ ਹੀ ਉਦਾਸ ਹੋ ਜਾਂਦਾ। ਉਸ ਸਮੇਂ ਕਰਨ ਨੂੰ ਲੱਗਦਾ ਜਿਵੇਂ ਉਸਦੀ ਮੰਮੀ ਬਚਿੰਤ ਪਹਿਲਾਂ ਵਾਂਗ ਹੀ ਕਮਰੇ ਦਾ ਬੂਹਾ ਖੋਲ੍ਹ ਸਿਰਹਾਣੇ ਬੈਠ ਉਸਦੇ ਸਿਰ ਦੇ ਵਾਲਾਂ ਵਿੱਚ ਉਂਗਲਾਂ ਫੇਰਨ ਲੱਗ ਪਈ ਹੋਵੇ। ਆਪਣੇ ਵਾਲਾਂ ਵਿੱਚ ਉਂਗਲਾਂ ਫਿਰਦਿਆਂ ਮਹਿਸੂਸ ਕਰ ਕਰਨ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋਣ ਲੱਗਦੀਆਂ। ਉਸ ਪਲ ਮੰਮੀ ਨਾਲ ਬਿਤਾਏ ਦਿਨਾਂ ਦੀ ਇੱਕ ਘਟਨਾ ਕਰਨ ਦੀਆਂ ਅੱਖਾਂ ਅੱਗੇ ਉਭਰਨ ਲੱਗਦੀ ਤਾਂ ਅਚਾਨਕ ਹੀ ਘਰ ਦੀ ਕਿਸੇ ਨੁੱਕਰੇ ਲੁਕੇ ਖੜੇ ਉਸਦੇ ਡੈਡੀ ਪ੍ਰੀਤਮ ਦਾ ਚਿਹਰਾ ਵੀ ਕਰਨ ਨੂੰ ਦਿਖਾਈ ਦਿੰਦਾ। ਆਪਣੇ ਡੈਡੀ ਦਾ ਚਿਹਰਾ ਦੇਖਦਿਆਂ ਹੀ ਕਰਨ ਦੀਆਂ ਬੰਦ ਹੋਈਆਂ ਅੱਖਾਂ ਇੱਕਦਮ ਹੀ ਖੁੱਲ੍ਹ ਜਾਂਦੀਆਂ। ਉਸ ਪਲ ਕਰਨ ਨੂੰ ਆਪਣੀ ਮੰਮੀ ਵੀ ਕਿਧਰੇ ਗਾਇਬ ਹੋ ਗਈ ਲੱਗਦੀ। ਉਸੇ ਛਿਣ ਕਰਨ ਦਾ ਧਿਆਨ ਦੁਬਾਰਾ ਆਪਣੇ ਡੈਡੀ ਵੱਲ ਜਾਂਦਾ ਤਾਂ ਉਸ ਘਰ ਦੇ ਟੁੱਟਣ ਨਾਲ ਜੁੜੀਆਂ ਉਹ ਸਾਰੀਆਂ ਘਟਨਾਵਾਂ ਵੀ ਕਰਨ ਨੂੰ ਯਾਦ ਆਉਣ ਲੱਗਦੀਆਂ, ਜਿਨ੍ਹਾਂ ਨੂੰ ਉਹ ਹਮੇਸ਼ਾ ਲਈ ਭੁੱਲ ਜਾਣਾ ਚਾਹੁੰਦਾ ਸੀ। ਉਸ ਸਮੇਂ ਕੱਪੜੇ ਦੇ ਥਾਂ ਦੀਆਂ ਤਹੀਆਂ ਵਾਂਗ ਜ਼ਬਰਦਸਤੀ ਖੁੱਲ੍ਹਣ ਲੱਗ ਪਈਆਂ ਘਟਨਾਵਾਂ ਉਸ ਦੀਆਂ ਅੱਖਾਂ ਅੱਗੇ ਖਿਲਰਨ ਲੱਗ ਪੈਂਦੀਆਂ, ਜਿਸ ਕਾਰਨ ਇੱਕ ਵਾਰ ਫੇਰ ਨਵੇਂ ਸਿਰਿਓਂ ਉਸਨੂੰ ਸਭ ਕੁਝ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਸੀ। BA ਪਾਸ ਕਰਨ ਤੋਂ ਬਾਅਦ ਅੱਗੇ ਹੋਰ ਪੜ੍ਹਨ ਦੇ ਆਧਾਰ ਤੇ ਕਰਨ ਨੂੰ ਕੈਨੇਡਾ ਆਉਣਾ ਪਿਆ। ਅਸਲ ਵਿੱਚ ਭਾਰਤ ਤੋਂ ਕੈਨੇਡਾ ਆਉਣ ਵਾਲੇ ਬਾਕੀ ਵਿਦਿਆਰਥੀਆਂ ਵਾਂਗ ਉਹ ਵੀ ਕੈਨੇਡਾ ਹੀ ਸੈਟਲ ਹੋਣਾ ਚਾਹੁੰਦਾ ਸੀ। ਕਰਨ ਦਾ ਪਾਪਾ ਇੱਕ ਪ੍ਰਾਈਵੇਟ ਫਰਮ ਵਿੱਚ ਕਲਰਕ ਅਤੇ ਉਸਦੀ ਮੰਮੀ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀ ਸੀ। ਦਿਨ ਬਹੁਤ ਵਧੀਆ ਬੀਤ ਰਹੇ ਸਨ, ਪਰ ਇੱਕ ਸ਼ਾਮ ਪ੍ਰੀਤਮ ਨਾਲ ਉਸਦੇ ਦਫ਼ਤਰ ਦੀ ਇੱਕ ਚੁਲਬੁਲੀ ਜਿਹੀ ਕੁਲੀਗ ਉਹਨਾਂ ਦੇ ਘਰ ਆਈ। ਉਸ ਔਰਤ ਦਾ ਗੱਲਾਂ ਕਰਕੇ ਉੱਚੀ-ਉੱਚੀ ਹੱਸਣਾ ਅਤੇ ਉਸਦੇ ਪ੍ਰੀਤਮ ਦੇ ਨਾਲ ਜੁੜ ਕੇ ਬੈਠਣ ਨੂੰ ਦੇਖ ਕੁਝ ਹੀ ਸਮੇਂ ਵਿੱਚ ਬਚਿੰਤ ਨੂੰ ਘਰ ਆਏ ਔਰਤ ਦਾ ਉੱਥੇ ਹੋਰ ਬੈਠੇ ਰਹਿਣਾ ਔਖਾ ਲੱਗਣ ਲੱਗ ਪਿਆ। ਚਾਹ ਪੀਣ ਤੋਂ ਬਾਅਦ ਬਿਨਾਂ ਕਿਸੇ ਨੂੰ ਵੀ ਕੁਝ ਆਖੇ ਉਸਦਾ ਹੱਥ ਫੜ ਪ੍ਰੀਤਮ ਦਾ ਕਮਰਿਓਂ ਬਾਹਰ ਨਿਕਲ ਜਾਣਾ ਬਚਿੰਤ ਨੂੰ ਆਪਣੀ ਬਰਦਾਸ਼ਤ ਤੋਂ ਬਾਹਰ ਲੱਗਿਆ। ਉਹ ਔਰਤ ਉੱਥੇ ਲਗਭਗ ਅੱਧਾ-ਪੌਣਾ ਘੰਟਾ ਬੈਠੀ ਹੋਵੇਗੀ, ਪਰ ਉਸ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਜਿਵੇਂ ਘਰ ਅੰਦਰ ਭੂਚਾਲ ਆ ਗਿਆ ਹੋਵੇ। ਕੌਣ ਸੀ ਉਹ? ਜਦੋਂ ਪ੍ਰੀਤਮ ਉਸ ਔਰਤ ਨੂੰ ਬਾਹਰ ਤੱਕ ਛੱਡ ਵਾਪਸ ਆਇਆ ਤਾਂ ਭਰੀ ਪੀਤੀ ਬਚਿੰਤ ਨੇ ਉਸ ਨੂੰ ਪੁੱਛਿਆ, ਮੇਰੀ ਕੁਲੀਗ ਆ? ਪ੍ਰੀਤਮ ਨੇ ਬਿਨਾਂ ਕਿਸੇ ਝਿਜਕ ਦੇ ਬਚਿੰਤ ਨੂੰ ਖਰਵੀਂ ਤਰ੍ਹਾਂ ਪੁੱਛੇ ਸਵਾਲ ਦਾ ਜਵਾਬ ਦਿੱਤਾ। ਕਿਉਂ ਆਈ ਸੀ? ਵੈਸੇ ਹੀ ਆ ਗਈ। ਪਰ ਆਪਣੇ ਪੁੱਛੇ ਸਵਾਲਾਂ ਦੇ ਜਵਾਬ ਮਿਲ ਜਾਣ ਤੋਂ ਬਾਅਦ ਵੀ ਬਚਿੰਤ ਦਾ ਗੁੱਸਾ ਠੰਡਾ ਨਹੀਂ ਸੀ ਹੋਇਆ। ਉਸ ਦਿਨ ਤੋਂ ਬਾਅਦ ਘਰ ਅੰਦਰ ਬੋਲ ਬੁਲਾਰੇ ਦਾ ਅਜਿਹਾ ਦੌਰ ਸ਼ੁਰੂ ਹੋਇਆ ਜਿਹੜਾ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਹਰ ਰੋਜ਼ ਉੱਠਦੇ ਬਹਿਣ ਤੇ ਉਸ ਔਰਤ ਨੂੰ ਲੈ ਬਚਿੰਤ ਪ੍ਰੀਤਮ ਨੂੰ ਪੁੱਠੇ ਸਿੱਧੇ ਸਵਾਲ ਪੁੱਛਦੀ ਰਹਿੰਦੀ। ਪ੍ਰੀਤਮ ਵੀ ਉਸ ਨੂੰ ਉਸੇ ਲਹਿਜ਼ੇ ਵਿੱਚ ਹੀ ਜਵਾਬ ਦੇਣ ਲੱਗ ਪਿਆ। ਨਾ ਤਾਂ ਬਚਿੰਤ ਪਿੱਛੇ ਹਟਣਾ ਚਾਹੁੰਦੀ ਸੀ ਅਤੇ ਨਾ ਹੀ ਪ੍ਰੀਤਮ। ਲੜਾਈ ਘਟਣ ਦੀ ਥਾਵੇਂ ਦਿਨੋਂ ਦਿਨ ਵੱਧਦੀ ਹੀ ਗਈ। ਉਸ ਲੜਾਈ ਝਗੜੇ ਕਾਰਨ ਪ੍ਰੀਤਮ ਅਤੇ ਬਚਿੰਤ ਦੇ ਵਿਚਕਾਰਲੀ ਵਿੱਥ ਲਗਾਤਾਰ ਵੱਧ ਰਹੀ ਸੀ। ਆਥਣ ਸਵੇਰ ਉਹਨਾਂ ਦੋਹਾਂ ਨੂੰ ਝਗੜਦੇ ਦੇਖ ਕਰਨ ਦੀ ਪੜ੍ਹਾਈ ਵੀ ਡਿਸਟਰਬ ਹੋਣ ਲੱਗ ਪਈ। ਨਿੱਤ ਦੇ ਕਲੇਸ਼ ਕਾਰਨ ਪ੍ਰੀਤਮ ਦਫ਼ਤਰੋਂ ਦੇਰ ਨਾਲ ਆਉਣ ਲੱਗਿਆ, ਪਰ ਘਰ ਪਹੁੰਚਣ ਸਮੇਂ ਉਹ ਹਮੇਸ਼ਾ ਹੀ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਹੁੰਦਾ ਸੀ। ਘਰ ਪਰਿਵਾਰ ਦੀ ਜਿਵੇਂ ਉਸ ਨੂੰ ਉੱਕਾ ਹੀ ਪਰਵਾਹ ਨਾ ਰਹੀ ਹੋਵੇ। ਮੇਰਾ ਇਹ ਕੁਝ ਨਹੀਂ ਲੱਗਦਾ, ਇਸ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਤੇਰੀ ਹੀ ਆ। ਜਦ ਕਦੇ ਵੀ ਬਚਿੰਤ ਨੇ ਆਪਣੇ ਇੱਕੋ ਇੱਕ ਬੱਚੇ ਕਰਨ ਦੀ ਕਿਸੇ ਸਮੱਸਿਆ ਬਾਰੇ ਪ੍ਰੀਤਮ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਰ ਵਾਰ ਹੀ ਬਚਿੰਤ ਨੂੰ ਭੱਜ ਕੇ ਪੈ ਗਿਆ। ਦਰਅਸਲ ਕਈ ਵਰ੍ਹੇ ਪਹਿਲਾਂ ਬਚਿੰਤ ਦੇ ਸਕੂਲ ਵਿੱਚ ਹੋਏ ਇੱਕ ਸਮਾਗਮ ਵਿੱਚ ਪ੍ਰੀਤਮ ਵੀ ਉਸਦੇ ਨਾਲ ਚਲਾ ਗਿਆ ਸੀ। ਉੱਥੇ ਬਚਿੰਤ ਨੂੰ ਆਪਣੇ ਇੱਕ ਸਾਥੀ ਅਧਿਆਪਕ ਨਾਲ ਹੱਸ-ਹੱਸ ਗੱਲਾਂ ਕਰਦੇ ਦੇਖ ਪ੍ਰੀਤਮ ਨੂੰ ਬਚਿੰਤ ਤੇ ਬਹੁਤ ਗੁੱਸਾ ਆਇਆ। ਉਸ ਸਮੇਂ ਪ੍ਰੀਤਮ ਦਾ ਗੁੱਸਾ ਹੱਦਾਂ ਬੰਨੇ ਹੀ ਟੱਪ ਗਿਆ ਜਦੋਂ ਘਰ ਵਾਪਸੀ ਤੋਂ ਕੁਝ ਸਮਾਂ ਪਹਿਲਾਂ ਪ੍ਰੀਤਮ ਨੂੰ ਝੋਲਾ ਜਿਹਾ ਪਿਆ, ਜਿਵੇਂ ਉਸ ਅਧਿਆਪਕ ਨੇ ਬਚਿੰਤ ਦੀ ਬਾਂਹ ਫੜ ਥੰਮਲੇ ਓਹਲੇ ਖਿੱਚ ਉਸਨੂੰ ਕੁਝ ਕਿਹਾ ਹੋਵੇ। ਉਹ ਸਭ ਕੁਝ ਪ੍ਰੀਤਮ ਨੂੰ ਅੱਖ ਝਮਕਣ ਜਿੰਨੇ ਸਮੇਂ ਵਿੱਚ ਹੀ ਵਾਪਰਿਆ ਲੱਗਿਆ, ਪਰ ਪ੍ਰੀਤਮ ਦੇ ਦਿਮਾਗ ਦੀ ਸਕਰੀਨ ਤੇ ਉਸ ਦੀ ਛਾਪ ਜਿਵੇਂ ਸਦਾ ਲਈ ਪੈ ਗਈ ਹੋਵੇ। ਹੋ ਸਕਦਾ ਹੈ ਉਸ ਅਧਿਆਪਕ ਨੇ ਬਚਿੰਤ ਨੂੰ ਆਪਣੇ ਵੱਲ ਜ਼ਬਰਦਸਤੀ ਖਿੱਚਿਆ ਹੋਵੇ ਅਤੇ ਬਚਿੰਤ ਦਾ ਉਸ ਵਿੱਚ ਕੋਈ ਰੋਲ ਹੀ ਨਾ ਹੋਵੇ। ਇਹ ਖਿਆਲ ਆਪਣੇ ਮਨ ਵਿੱਚ ਆਉਣ ਤੇ ਪ੍ਰੀਤਮ ਨੇ ਉਸ ਸਭ ਕਾਸੇ ਨੂੰ ਭੁੱਲ ਜਾਣਾ ਚਾਹਿਆ, ਪਰ ਆਪਣੇ ਜ਼ਿਹਨ ਦੇ ਪਰਦੇ ਉੱਤੇ ਉਕਰੀ ਛਾਪ ਨੂੰ ਜਿਉਂ-ਜਿਉਂ ਉਹ ਮੇਟਣ ਦੀ ਕੋਸ਼ਿਸ਼ ਕਰਦਾ, ਉਹ ਹੋਰ ਜ਼ਿਆਦਾ ਉਗੜ ਰਹੀ ਸੀ। ਉਸ ਘਟਨਾ ਤੋਂ ਕਈ ਦਿਨਾਂ ਬਾਅਦ ਤੱਕ ਪ੍ਰੀਤਮ ਉਖੜਿਆ ਤਾਂ ਜ਼ਰੂਰ ਰਿਹਾ, ਪਰ ਜਿਹੜਾ ਕੁਝ ਉਸ ਦੇ ਜ਼ਿਹਨ ਅੰਦਰ ਵਾਪਰ ਰਿਹਾ ਸੀ ਉਸਨੇ ਬਚਿੰਤ ਨੂੰ ਭੋਰਾ ਵੀ ਨਹੀਂ ਭਿਣਕ ਲੱਗਣ ਦਿੱਤੀ। ਦਿਨ ਹੌਲੀ-ਹੌਲੀ ਅੱਗੇ ਸਰਕਦੇ ਜਾ ਰਹੇ ਸਨ। ਪ੍ਰੀਤਮ ਦੇ ਦਿਮਾਗ ਅੰਦਰ ਟਿਕੀ ਪਈ ਬਚਿੰਤ ਦੇ ਸਕੂਲ ਅਧਿਆਪਕ ਵਾਲੀ ਘਟਨਾ ਸਮੇਂ ਦੇ ਬੀਤਣ ਨਾਲ ਮੱਧਮ ਪੈਣ ਲੱਗ ਪਈ, ਪਰ ਜਦੋਂ ਕਰਨ ਦੇ ਜਨਮਦਿਨ ਵੇਲੇ ਉਹੀ ਅਧਿਆਪਕ ਫੁੱਲਾਂ ਦਾ ਗੁਲਦਸਤਾ ਲੈ ਬਚਿੰਤ ਨੂੰ ਵਧਾਈ ਦੇਣ ਨਰਸਿੰਗ ਹੋਮ ਆ ਪਹੁੰਚਿਆ ਤਾਂ ਉਸ ਦਾ ਚਿਹਰਾ ਦੇਖ ਪ੍ਰੀਤਮ ਦੇ ਅੰਦਰ ਦਬੀ ਪਈ ਅੱਗ ਇੱਕ ਵਾਰ ਫੇਰ ਮਚਣ ਲੱਗ ਪਈ।
ਉਹਨਾਂ ਦੋਹਾਂ ਨੂੰ ਹੱਸ-ਹੱਸ ਗੱਲਾਂ ਕਰਦੇ ਦੇਖ ਪ੍ਰੀਤਮ ਨਰਸਿੰਗ ਹੋਮ ਦੇ ਬਾਹਰ ਚਲਾ ਗਿਆ, ਪਰ ਇੱਧਰ-ਉੱਧਰ ਤੁਰੇ ਫਿਰਦਿਆਂ ਵੀ ਅਧਿਆਪਕ ਦਾ ਚਿਹਰਾ ਉਸਦੇ ਅੱਗੇ-ਪਿੱਛੇ ਹੀ ਘੁੰਮਦਾ ਰਿਹਾ। 8-10 ਮਿੰਟਾਂ ਬਾਅਦ ਪ੍ਰੀਤਮ ਵਾਪਸ ਨਰਸਿੰਗ ਹੋਮ ਅੰਦਰ ਆ ਗਿਆ ਤਾਂ ਉਸਦੀ ਬੁੱਕਲ ਵਿੱਚ ਕਰਨ ਨੂੰ ਦੇਖ ਪ੍ਰੀਤਮ ਦਾ ਅੰਦਰ ਹੋਰ ਵੀ ਲੁਹਿਆ ਗਿਆ। ਉਸਦੇ ਚਲੇ ਜਾਣ ਤੋਂ ਬਾਅਦ ਪ੍ਰੀਤਮ ਨੇ ਬਚਿੰਤ ਨੂੰ ਕੁਝ ਵੀ ਮਹਿਸੂਸ ਨਾ ਹੋਣ ਦਿੱਤਾ, ਪਰ ਜਿਹੜੀ ਲਕੀਰ ਪ੍ਰੀਤਮ ਦੇ ਮਨ ਦੀ ਸਲੇਟ ਤੇ ਬਚਿੰਤ ਦੇ ਸਕੂਲ ਗਿਆ ਖਿੱਚੀ ਹੋਈ ਸੀ, ਉਹ ਇੱਕ ਵਾਰ ਫੇਰ ਗੂੜੀ ਹੋ ਗਈ। ਜਿਉਂ-ਜਿਉਂ ਕਰਨ ਵੱਡਾ ਹੁੰਦਾ ਗਿਆ, ਤਿਉਂ-ਤਿਉਂ ਹੀ ਪ੍ਰੀਤਮ ਨੂੰ ਲੱਗ ਰਿਹਾ ਸੀ ਜਿਵੇਂ ਉਸਦੇ ਜ਼ਿਹਨ ਦੀ ਤਸਵੀਰ ਤੇ ਉਕਰੇ ਅਧਿਆਪਕ ਦਾ ਚਿਹਰਾ ਵੀ ਵੱਡਾ ਹੁੰਦਾ ਜਾ ਰਿਹਾ ਹੋਵੇ। ਘਰ ਅੰਦਰ ਤੁਰੇ ਫਿਰਦੇ ਕਰਨ ਨੂੰ ਦੇਖ ਕਦੇ ਪ੍ਰੀਤਮ ਨੂੰ ਲੱਗਦਾ ਜਿਵੇਂ ਅਧਿਆਪਕ ਤਾਂ ਹਮੇਸ਼ਾ ਉਸਦੇ ਆਲੇ-ਦੁਆਲੇ ਹੀ ਘੁੰਮਦਾ ਫਿਰ ਰਿਹਾ ਹੋਵੇ। ਇਹੋ ਜਿਹੇ ਖਿਆਲ ਮਨ 'ਚ ਆਉਣ ਤੇ ਬਚਿੰਤ ਦੇ ਨਾਲ-ਨਾਲ ਪ੍ਰੀਤਮ ਦੀ ਕਰਨ ਪ੍ਰਤੀ ਨਫ਼ਰਤ ਵੀ ਵਧਣ ਲੱਗ ਪਈ। ਪ੍ਰੀਤਮ ਨੇ ਕਦੇ ਵੀ ਦੂਸਰੇ ਪਿਓਾਂ ਵਾਂਗ ਆਪਣੀ ਬੁੱਕਲ ਵਿੱਚ ਲੈ ਕਰਨ ਨੂੰ ਲਾਡ ਪਿਆਰ ਨਹੀਂ ਸੀ ਕੀਤਾ। ਦੂਸਰੇ ਬੱਚਿਆਂ ਦੇ ਫਾਦਰਸ ਵਾਂਗ ਮੇਰੇ ਪਾਪਾ ਮੈਨੂੰ ਆਪਣੇ ਕੋਲ ਬੁਲਾ ਲਾਡ ਪਿਆਰ ਕਿਉਂ ਨਹੀਂ ਕਰਦੇ। ਜਦ ਕਦੇ ਵੀ ਕਰਨ ਨੇ ਆਪਣੇ ਪਾਪਾ ਦੇ ਗਲੇ ਦੁਆਲੇ ਬਾਹਾਂ ਵੱਲ ਅਜਿਹਾ ਕੁਝ ਕਰਨਾ ਚਾਹਿਆ ਤਾਂ ਪ੍ਰੀਤਮ ਨੇ ਹਮੇਸ਼ਾ ਹੀ ਰੁੱਖੇ ਬੋਲ ਬੋਲੀ ਉਸ ਨੂੰ ਝਿੜਕ ਕੇ ਪਰੇ ਕਰ ਦਿੱਤਾ। ਉਸ ਸਮੇਂ ਦੂਰ ਖੜੇ ਕਰਨ ਦੇ ਮਨ ਵਿੱਚ ਅਜਿਹੇ ਖਿਆਲ ਆਇਆ ਕਰਦੇ ਸਨ। ਆਪਣੀ ਮੰਮੀ ਨਾਲ ਵੀ ਉਹਨਾਂ ਨੂੰ ਖਿਜੇ ਦੇਖਦਾ ਤਾਂ ਕਰਨ ਦਾ ਮਨ ਕਰਦਾ ਕਿ ਉਹ ਆਪਣੇ ਪਾਪਾ ਨੂੰ ਇਸ ਬਾਰੇ ਪੁੱਛੇ, ਪਰ ਜਦੋਂ ਵੀ ਕਰਨ ਨੇ ਉਹਨਾਂ ਨੂੰ ਕੁਝ ਆਖਣ ਲਈ ਸੋਚਿਆ, ਉਦੋਂ ਹੀ ਪ੍ਰੀਤਮ ਦੇ ਗੁੱਸੇ ਨਾਲ ਤਣੇ ਹੋਏ ਚਿਹਰੇ ਨੂੰ ਦੇਖ ਕਰਨ ਆਖੀ ਜਾਣ ਵਾਲੀ ਗੱਲ ਇੱਕਦਮ ਹੀ ਭੁੱਲ ਜਾਂਦਾ। ਜਦ ਕਰਨ ਦੇ ਪਾਪਾ ਆਪਣੇ ਦਫ਼ਤਰ ਦੀ ਕੁਲੀਗ ਨੂੰ ਘਰ ਲੈ ਕੇ ਆਏ ਸਨ, ਉਦੋਂ ਉਹ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਔਰਤ ਕਾਰਨ ਉਸਦੇ ਮੰਮੀ ਪਾਪਾ ਵਿਚਕਾਰ ਹੌਲੀ-ਹੌਲੀ ਚੱਲਦਾ ਸੀ ਤੇ ਬਾਅਦ ਵਿੱਚ ਖੁੱਲ੍ਹ ਕੇ ਹੋਣ ਲੱਗ ਪਿਆ। ਆਪਣੇ ਕਮਰੇ ਅੰਦਰ ਪੜ੍ਹਦੇ ਥੱਕ ਜਾਣ ਤੇ ਜਦ ਕਰਨ ਕੁਝ ਘੜੀਆਂ ਦਿਮਾਗ ਨੂੰ ਆਰਾਮ ਦਿਵਾਉਣ ਲਈ ਅੱਖਾਂ ਬੰਦ ਕਰਦਾ ਤਾਂ ਉਸ ਸਮੇਂ ਉਸ ਨੂੰ ਆਪਣੀ ਮੰਮੀ ਪਾਪਾ ਇੱਕ ਦੂਜੇ ਦੇ ਸਾਹਮਣੇ ਲੜਨ ਲਈ ਤਿਆਰ ਖੜੇ ਦਿਖਾਈ ਦਿੰਦੇ। ਉਸ ਪਲ ਕਰਨ ਨੂੰ ਇੱਕ ਤੀਸਰਾ ਚਿਹਰਾ ਵੀ ਧੁੰਦਲਾ ਦਿਖਾਈ ਦਿੰਦਾ ਸੀ। ਉਹ ਚਿਹਰਾ ਕਦੇ ਕਿਸੇ ਆਦਮੀ ਦਾ ਹੁੰਦਾ ਅਤੇ ਕਦੇ ਕਿਸੇ ਔਰਤ ਦਾ ਬਣ ਜਾਂਦਾ। ਹੌਲੀ-ਹੌਲੀ ਕਰਨ ਨੂੰ ਲੱਗਣ ਲੱਗ ਪਿਆ ਕਿ ਜਿਹੜਾ ਚਿਹਰਾ ਉਸਨੂੰ ਆਦਮੀ ਅਤੇ ਔਰਤ ਦੇ ਚਿਹਰਿਆਂ ਵਿੱਚ ਬਦਲਦਾ ਦਿਖਦਾ ਹੈ, ਉਹ ਹੀ ਉਸਦੇ ਮੰਮੀ ਪਾਪਾ ਦੀ ਲੜਾਈ ਦਾ ਅਸਲ ਕਾਰਨ ਹੋਵੇ। ਕੁਝ ਸਮਾਂ ਬਚਿੰਤ ਨੇ ਪਰਿਵਾਰ ਦੀ ਬਦਨਾਮੀ ਦੇ ਡਰੋਂ ਘਰ ਅੰਦਰਲੇ ਕਲੇਸ਼ ਬਾਰੇ ਨਾ ਤਾਂ ਆਪਣੇ ਸੱਸ ਸਹੁਰਿਆਂ ਨੂੰ ਦੱਸਿਆ ਅਤੇ ਨਾ ਹੀ ਆਪਣੇ ਪੇਕਿਆਂ ਨਾਲ ਕੋਈ ਗੱਲ ਕੀਤੀ, ਪਰ ਜਦੋਂ ਉਸਨੂੰ ਪਾਣੀ ਸਿਰ ਉੱਤੋਂ ਦੀ ਲੰਘਦਾ ਦਿਖਾਈ ਦਿੱਤਾ ਤਾਂ ਬਚਿੰਤ ਨੇ ਆਪਣੇ ਸੱਸ ਸਹੁਰੇ ਅੱਗੇ ਆਪਣੇ ਦੁੱਖਾਂ ਦੀ ਪੰਡ ਖੋਲ੍ਹ ਕੇ ਰੱਖ ਦਿੱਤੀ। ਬਚਿੰਤ ਦੇ ਸੱਸ ਸਹੁਰਾ ਪ੍ਰੀਤਮ ਦੇ ਸ਼ਰਾਬ ਪੀ ਕੇ ਆਉਣ ਬਾਰੇ ਤਾਂ ਜਾਣਦੇ ਸਨ, ਪਰ ਦਫ਼ਤਰ ਦੀ ਕਿਸੇ ਔਰਤ ਨਾਲ ਉਸਦੇ ਸਬੰਧਾਂ ਬਾਰੇ ਉਹਨਾਂ ਨੂੰ ਕੁਝ ਨਹੀਂ ਸੀ ਪਤਾ। ਜਦੋਂ ਪਰਿਵਾਰ ਦੇ ਮੈਂਬਰ ਸਭ ਕੁਝ ਜਾਣ ਹੀ ਗਏ ਨੇ, ਹੁਣ ਤਾਂ ਮੈਂ ਖੁੱਲ੍ਹ ਕੇ ਖੇਡਾਂਗਾ। ਮੇਰਾ ਜਿਹੜਾ ਕੁਝ ਕਿਸੇ ਨੇ ਵਿਗਾੜਨਾ ਹੈ ਵਿਗਾੜ ਲਵੇ। ਇੱਕ ਐਤਵਾਰ ਪ੍ਰੀਤਮ ਦੇ ਮਾਪਿਆਂ ਨੇ ਉਸਨੂੰ ਬਚਿੰਤ ਦੇ ਸਾਹਮਣੇ ਬਿਠਾ ਉਸ ਔਰਤ ਬਾਰੇ ਪੁੱਛਿਆ ਤਾਂ ਪ੍ਰੀਤਮ ਨੇ ਪਹਿਲਾਂ ਪੈਰਾਂ ਉੱਤੇ ਪਾਣੀ ਨਾ ਪੈਣ ਦਿੱਤਾ, ਪਰ ਸਾਰੀ ਗੱਲ ਖੁੱਲ੍ਹ ਗਈ ਦੇਖ ਉਸਨੇ ਆਪਣੇ ਮਾਪਿਆਂ ਦੀ ਬਿਨਾਂ ਪਰਵਾਹ ਕੀਤੇ ਇਹ ਗੱਲ ਆਖੀ, ਇਹ ਮੇਰੀ ਆਪਣੀ ਜ਼ਿੰਦਗੀ ਆ, ਮੈਂ ਕਿਸੇ ਨੂੰ ਮਿਲਦਾ ਜਾਂ ਨਹੀਂ ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਇਹ ਆਖ ਪ੍ਰੀਤਮ ਸਾਰਿਆਂ ਨੂੰ ਅੰਗੂਠਾ ਦਿਖਾ ਉੱਥੋਂ ਉੱਠ ਖੜਾ ਸੀ। ਇਹ ਗੱਲ ਆ ਤਾਂ ਦੁਬਾਰਾ ਇਸ ਘਰੇ ਪੈਰ ਨਾ ਪਾਈ। ਉਸ ਨੂੰ ਉੱਠ ਕੇ ਖੜਾ ਹੋ ਗਿਆ ਦੇਖ ਪਰੇ ਪ੍ਰੀਤਮ ਦੇ ਡੈਡੀ ਦੇ ਮੂੰਹੋਂ ਹਰਖੇ ਬੋਲ ਨਿਕਲੇ ਸਨ, ਇਹ ਘਰ ਮੇਰਾ ਵੀ ਆ, ਜੇ ਕਿਸੇ ਨੇ ਇੱਥੋਂ ਆਉਣੋਂ ਮੈਨੂੰ ਰੋਕਣਾ ਹੋਵੇ ਤਾਂ ਰੋਕ ਕੇ ਦੇਖ ਲਏ। ਇਹ ਆਖਦਿਆਂ ਪ੍ਰੀਤਮ ਦਰਵਾਜ਼ਿਓਂ ਬਾਹਰ ਹੋ ਗਿਆ। ਉਸ ਦਿਨ ਤੋਂ ਬਾਅਦ ਪ੍ਰੀਤਮ ਹਫ਼ਤੇ ਵਿਚਲੀਆਂ ਕਈ ਰਾਤਾਂ ਘਰ ਨਹੀਂ ਸੀ ਜਾਂਦਾ। ਛੁੱਟੀ ਵਾਲੇ ਦਿਨ ਵੀ ਉਹ ਸਵੇਰੇ ਹੀ ਤਿਆਰ ਹੋ ਘਰੋਂ ਨਿਕਲ ਜਾਂਦਾ। ਬਚਿੰਤ ਉਸ ਨਾਲ ਬੋਲਣਾ ਬੰਦ ਹੋ ਗਈ ਸੀ। ਜਿੰਨੀ ਦੇਰ ਤੱਕ ਪ੍ਰੀਤਮ ਘਰ ਹੁੰਦਾ, ਕਰਨ ਉਦੋਂ ਤੱਕ ਸਹਿਮਿਆ ਰਹਿੰਦਾ। ਜਿਉਂ ਕਰਨ ਉੱਪਰਲੀਆਂ ਜਮਾਤਾਂ ਵਿੱਚ ਪਹੁੰਚਦਾ ਗਿਆ, ਤਿਉਂ ਹੀ ਉਸਦਾ ਮਨ ਆਪਣੇ ਪਾਪਾ ਪ੍ਰਤੀ ਗੁੱਸੇ ਨਾਲ ਭਰਦਾ ਗਿਆ। ਕਰਨ ਦਾ ਆਪਣੀ ਮੰਮੀ ਨਾਲ ਬਹੁਤ ਮੋਹ ਸੀ। ਘਰ ਵਿੱਚ ਸਿਰਫ ਉਹ ਹੀ ਉਸਦੀ ਨਿੱਕੀ ਤੋਂ ਨਿੱਕੀ ਲੋੜ ਦਾ ਧਿਆਨ ਰੱਖਦੀ। ਕਰਨ ਦਾ ਪਾਪਾ ਬਚਿੰਤ ਨਾਲ ਜਿਸ ਤਰ੍ਹਾਂ ਦਾ ਵਰਤਾਓ ਕਰ ਰਿਹਾ ਸੀ, ਉਸ ਬਾਰੇ ਸੋਚ ਕਰਨ ਨੂੰ ਆਪਣੀ ਮੰਮੀ ਉੱਤੇ ਬਹੁਤ ਤਰਸ ਆਉਂਦਾ। ਉਹ ਆਪਣੀ ਮੰਮੀ ਨੂੰ ਉਸ ਤੋਂ ਛੁਟਕਾਰਾ ਤਾਂ ਦਿਵਾਉਣਾ ਚਾਹੁੰਦਾ ਸੀ, ਪਰ ਉਸ ਸਮੇਂ ਉਹ ਇੰਨਾ ਵੱਡਾ ਨਹੀਂ ਸੀ ਹੋਇਆ ਕਿ ਉਸ ਸਭ ਕਾਸੇ ਨਾਲ ਲੜ ਸਕੇ। ਮੰਮੀ, ਤੂੰ ਕਿਸੇ ਵੀ ਗੱਲ ਦਾ ਫਿਕਰ ਨਾ ਕਰ, ਮੈਨੂੰ ਪੜ੍ਹਾਈ ਪੂਰੀ ਕਰ ਲੈਣ ਦੇ, ਫਿਰ ਤੈਨੂੰ ਸਾਰੇ ਦੁੱਖਾਂ ਤੋਂ ਮੁਕਤ ਕਰ ਦਿਆਂਗਾ। ਰਾਤੀ ਪੜ੍ਹਦੇ ਸਮੇਂ ਜਦ ਕਰਨ ਆਪਣੇ ਕਮਰੇ ਅੰਦਰੋਂ ਨਿਕਲ ਮੰਮੀ ਵੱਲ ਝਾਤੀ ਮਾਰਦਾ ਤਾਂ ਉਸ ਨੂੰ ਹਮੇਸ਼ਾ ਬੈੱਡ ਤੇ ਬੈਠੀ ਰੋਂਦੀ ਹੀ ਦੇਖਦਾ। ਉਸ ਪਲ ਮੰਮੀ ਦੇ ਗਲੇ ਦੁਆਲੇ ਆਪਣੀਆਂ ਬਾਹਾਂ ਪਾ ਕਰਨ ਇਹ ਗੱਲ ਉਸ ਨੂੰ ਆਖਣੀ ਚਾਹੁੰਦਾ ਸੀ, ਪਰ ਮੰਮੀ ਨੂੰ ਲਗਾਤਾਰ ਰੋਈ ਜਾ ਰਹੀ ਦੇਖ ਉਸ ਦਾ ਆਪਣਾ ਮਨ ਵੀ ਭਰ ਆਉਂਦਾ ਅਤੇ ਕਰਨ ਕੋਲੋਂ ਬੋਲ ਕੇ ਕੁਝ ਵੀ ਨਾ ਆਖਿਆ ਜਾਂਦਾ। ਇੱਕ ਰਾਤ ਦਾਰੂ ਦਾ ਰੱਜਿਆ ਪ੍ਰੀਤਮ ਘਰ ਆ ਬਚਿੰਤ ਨੂੰ ਔਖਾ ਭਾਰਾ ਹੋਣ ਲੱਗਿਆ। ਉਸ ਸਮੇਂ ਪ੍ਰੀਤਮ ਦੀ ਇੰਨੀ ਦਾਰੂ ਪੀਤੀ ਹੋਈ ਸੀ ਕਿ ਉਸ ਨੂੰ ਖੁਦ ਨੂੰ ਵੀ ਨਹੀਂ ਪਤਾ ਸੀ ਲੱਗ ਰਿਹਾ ਕਿ ਉਹ ਬਚਿੰਤ ਨੂੰ ਕੀ ਆਖ ਰਿਹਾ ਹੈ। ਬਚਿੰਤ ਨੇ ਉਸੇ ਸਮੇਂ ਉੱਪਰਲੇ ਫਲੋਰ ਤੇ ਰਹਿੰਦੇ ਆਪਣੇ ਸੱਸ ਸਹੁਰੇ ਨੂੰ ਬੁਲਾ ਲਿਆ। ਉਹਨਾਂ ਦੇ ਨਾਲ ਕਰਨ ਅਤੇ ਬਚਿੰਤ ਨੇ ਰਲ ਕੇ ਪ੍ਰੀਤਮ ਦੀ ਉਹ ਕੁੱਤੇਖਾਨੀ ਕੀਤੀ ਕਿ ਗੱਲ ਹੱਥੋਂ ਪਾਈ ਤੱਕ ਆ ਜਾਣ ਤੇ ਪ੍ਰੀਤਮ ਨੂੰ ਬਾਹਰ ਭੱਜਣ ਲਈ ਰਾਹ ਨਹੀਂ ਸੀ ਲੱਭਿਆ।
ਉਸ ਦਿਨ ਹੋਈ ਝਾੜ ਝੰਪ ਤੋਂ ਬਾਅਦ ਪ੍ਰੀਤਮ ਨੂੰ ਦੁਬਾਰਾ ਉਸ ਘਰੇ ਪੈਰ ਰੱਖਣ ਦੀ ਹਿੰਮਤ ਨਾ ਪਈ। ਪ੍ਰੀਤਮ ਦੇ ਘਰੋਂ ਨਿਕਲ ਜਾਣ ਤੋਂ ਬਾਅਦ ਬਚਿੰਤ ਨੇ ਆਪਣੇ ਪੂਰੇ ਦਾ ਪੂਰਾ ਧਿਆਨ ਕਰਨ ਦੀ ਪੜ੍ਹਾਈ ਤੇ ਲਾ ਦਿੱਤਾ। ਉਹ ਚਾਹੁੰਦੀ ਸੀ ਕਿ ਕਰਨ ਆਪਣੀ ਪੜ੍ਹਾਈ ਖਤਮ ਕਰ ਛੇਤੀ ਤੋਂ ਛੇਤੀ ਕਿਸੇ ਕੰਮ ਲੱਗੇ ਤਾਂ ਕਿ ਉਹ ਵੀ ਕੁਝ ਸੁੱਖ ਦਾ ਸਾਹ ਲੈ ਸਕੇ। BA ਕਰਨ ਤੋਂ ਬਾਅਦ ਕਰਨ ਪਿਛਲੇ 2 ਸਾਲਾਂ ਤੋਂ ਕਿਸੇ ਕੰਪੀਟੀਸ਼ਨ ਐਗਜ਼ਾਮਸ ਬੈਠਣ ਦੀ ਤਿਆਰੀ ਕਰ ਰਿਹਾ ਸੀ। ਨੌਕਰੀ ਲਈ ਵੀ ਉਸਨੇ ਬਹੁਤ ਭੱਜ-ਨੱਠ ਕੀਤੀ ਪਰ ਉਸਦਾ ਕਿਧਰੇ ਵੀ ਹੱਥ ਨਹੀਂ ਸੀ ਪਿਆ। ਬਚਿੰਤ, ਇੱਥੇ ਤਾਂ ਨੌਕਰੀਆਂ ਦਾ ਕਾਲ ਪੈ ਗਿਆ ਲੱਗਦਾ ਏ। ਮੈਨੂੰ ਸਮਝ ਨਹੀਂ ਲੱਗਦਾ ਕਿ ਸਰਕਾਰਾਂ ਦਾ ਇੰਨੀ ਵਧੀ ਬੇਰੁਜ਼ਗਾਰੀ ਵੱਲ ਧਿਆਨ ਕਿਉਂ ਨਹੀਂ ਜਾਂਦਾ। ਪਤਾ ਨਹੀਂ ਉਹ ਜਾਣ ਪੁੱਛ ਕੇ ਇੱਧਰ ਦੇਖਣਾ ਨਾ ਚਾਹੁੰਦੀਆਂ ਹੋਣ। ਇੱਕ ਦਿਨ ਬਚਿੰਤ ਦੀਆਂ 2 ਸਹੇਲੀਆਂ ਕਰਨ ਦੇ ਜਨਮਦਿਨ ਤੇ ਘਰ ਆਈਆਂ ਤਾਂ ਕਰਨ ਨੂੰ BA ਦੀ ਡਿਗਰੀ ਲੈਣ ਤੋਂ ਬਾਅਦ ਵੀ ਵਿਹਲਾ ਬੈਠ ਦੇਖ ਉਹਨਾਂ ਵਿੱਚੋਂ ਇੱਕ ਨੇ ਇਹ ਗੱਲ ਆਖੀ, ਗੱਲ ਤਾਂ ਤੇਰੀ ਠੀਕ ਆ, ਪਰ ਹੁਣ ਕੀ ਕੀਤਾ ਜਾਵੇ? ਬਚਿੰਤ ਨੇ ਨਿਰਾਸ਼ ਹੋ ਪੁੱਛਿਆ। ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਨ ਦੇ ਬਹਾਨੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ। ਪੜ੍ਹਾਈ ਤੋਂ ਬਾਅਦ ਕੰਮ ਮਿਲਣ ਤੇ ਉਹ ਉੱਥੇ ਐਡਜਸਟ ਵੀ ਹੋਈ ਜਾਂਦੇ ਆ। ਤੂੰ ਵੀ ਆਪਣੇ ਬੇਟੇ ਨੂੰ ਕਿਧਰੇ ਬਾਹਰ ਭੇਜ ਦੇ। ਬਚਿੰਤ ਦੀ ਦੂਸਰੀ ਸਹੇਲੀ ਨੇ ਇਹ ਗੱਲ ਉਸ ਨਾਲ ਸਾਂਝੀ ਕੀਤੀ। ਉਹਨਾਂ ਦੇ ਲਾਗੇ ਤੁਰੇ ਫਿਰਦੇ ਕਰਨ ਨੇ ਜਦੋਂ ਆਪਣੀ ਮੰਮੀ ਦੀ ਸਹੇਲੀ ਦੇ ਮੂੰਹੋਂ ਬਾਹਰ ਭੇਜਣ ਵਾਲੀ ਗੱਲ ਸੁਣੀ ਤਾਂ ਉਹ ਹੋਰ ਨਜ਼ਦੀਕ ਆ ਗਿਆ। ਬਾਹਰਲੇ ਦੇਸ਼ਾਂ ਦੀ ਪੜ੍ਹਾਈ ਦੇ ਖਰਚਿਆਂ ਦਾ ਤਾਂ ਕੋਈ ਹਿਸਾਬ ਹੀ ਨਹੀਂ। ਮੈਂ ਇੰਨੇ ਪੈਸੇ ਕਿੱਥੋਂ ਲਿਆਉਂ? ਬਚਿੰਤ ਨੇ ਆਪਣੇ ਲਾਗੇ ਬੈਠੇ ਕਰਨ ਵੱਲ ਦੇਖ ਆਪਣੀ ਮਜਬੂਰੀ ਦੱਸੀ। ਪੈਸਿਆਂ ਦੀ ਕੋਈ ਬਹੁਤੀ ਸਮੱਸਿਆ ਹੈ ਨਹੀਂ, ਤੂੰ ਆਪਣੇ ਪ੍ਰੋਵੀਡੈਂਟ ਫੰਡ ਵਿੱਚੋਂ ਕਢਵਾ ਸਕਦੀ ਹੈ। ਨਾਲੇ ਅੱਜ ਕੱਲ੍ਹ ਤਾਂ ਬਾਹਰ ਪੜ੍ਹਾਈ ਕਰਨ ਜਾਣ ਲਈ ਕਿਸੇ ਵੀ ਬੈਂਕ ਨੂੰ ਅਪਰੋਚ ਕਰੋ, ਬੜੀ ਆਸਾਨੀ ਨਾਲ ਕਰਜ਼ਾ ਮਿਲ ਸਕਦਾ ਹੈ। ਆਪਣੀ ਸਹੇਲੀ ਦੀ ਦੱਸੀ ਗੱਲ ਸੁਣ ਬਚਿੰਤ ਸੋਚਾਂ ਵਿੱਚ ਪੈ ਗਈ, ਪਰ ਬਾਹਰ ਜਾਣ ਦੀਆਂ ਗੱਲਾਂ ਸੁਣ ਕਰਨ ਦਾ ਚਿਹਰਾ ਚਮਕਣ ਲੱਗ ਪਿਆ। ਚਲੋ ਗੱਲਾਂ ਤਾਂ ਬਹੁਤ ਹੋ ਗਈਆਂ, ਤੁਸੀਂ ਕੁਝ ਖਾ ਪੀ ਵੀ ਲਿਓ। ਬਚਿੰਤ ਨੇ ਟੇਬਲ ਤੇ ਪਈਆਂ ਮਠਿਆਈ ਵਾਲੀਆਂ ਪਲੇਟਾਂ ਵੱਲ ਇਸ਼ਾਰਾ ਕਰ ਉਹਨਾਂ ਨੂੰ ਆਖਿਆ, ਤੂੰ ਮੁੰਡੇ ਦਾ ਧਿਆਨ ਕਰ। ਅੱਜ ਕੱਲ੍ਹ ਘਰ ਬੈਠੇ ਵਿਹਲੇ ਬੱਚਿਆਂ ਦੇ ਮਨ 'ਚ ਪਤਾ ਨਹੀਂ ਕਿਸ ਤਰ੍ਹਾਂ ਦੇ ਖਿਆਲ ਆਉਂਦੇ ਰਹਿੰਦੇ ਨੇ। ਬਚਿੰਤ ਦੀ ਸਹੇਲੀ ਨੇ ਬਰਫੀ ਦਾ ਟੁਕੜਾ ਚੁੱਕਣ ਤੋਂ ਪਹਿਲਾਂ ਇਹ ਗੱਲ ਵੀ ਉਸਨੂੰ ਦੱਸੀ। ਮੈਂ ਤੁਹਾਡੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਕੋਸ਼ਿਸ਼ ਕਰਦੀ ਹਾਂ ਅੱਗੇ ਰੱਬ ਰੱਖਾ। ਬਚਿੰਤ ਨੇ ਆਪ ਵੀ ਚਾਹ ਵਾਲਾ ਕੱਪ ਫੜਦਿਆਂ ਆਖਿਆ, ਬਾਲੇ ਕਿਸ ਦੇਸ਼ ਜਾਣਾ ਹੈ? ਉੱਥੇ ਜਾ ਕਿਸ ਤਰ੍ਹਾਂ ਦਾ ਕੋਰਸ ਲੈਣਾ ਹੈ ਜਿਹੜਾ ਛੇਤੀ ਸਮਾਪਤ ਹੋ ਜਾਏ, ਉਸਨੂੰ ਜਲਦੀ ਤੋਂ ਜਲਦੀ ਪੂਰੇ ਘੰਟੇ ਕੰਮ ਕਰਨ ਦਾ ਵਰਕ ਪਰਮਿਟ ਮਿਲ ਸਕੇ ਅਤੇ ਨਾਲ ਹੀ PR ਅਪਲਾਈ ਕਰਨ ਦਾ ਮੌਕਾ ਵੀ ਮਿਲ ਜਾਏ। ਕਰਨ ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਇੰਗਲੈਂਡ ਬਾਰੇ ਸਾਰੀ ਜਾਣਕਾਰੀ ਨੈੱਟ ਤੋਂ ਮਿਲ ਗਈ। ਸਾਰੇ ਦੇਸ਼ਾਂ ਦੇ ਵਿਦਿਅਕ ਸਿਸਟਮ ਦੀ ਪੜਤਾਲ ਕਰਨ ਤੋਂ ਬਾਅਦ ਉਸਨੂੰ ਪੜ੍ਹਾਈ ਕਰਨ ਲਈ ਕੈਨੇਡਾ ਜਾਣਾ ਸਾਰੇ ਦੇਸ਼ਾਂ ਨਾਲੋਂ ਆਸਾਨ ਲੱਗਿਆ। ਕਰਨ ਨੇ ਕੈਨੇਡਾ ਪਹੁੰਚਣ ਤੇ ਉਸਦੀ ਬੀਤੀ ਜ਼ਿੰਦਗੀ ਦਾ ਇੱਕ ਪੰਨਾ ਫਿਰ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗ ਪੈਂਦਾ, ਜਿਸ ਨੂੰ ਪੜ੍ਹ ਲੈਣ ਤੋਂ ਬਾਅਦ ਕਈ ਦਿਨਾਂ ਤੱਕ ਉਸਦਾ ਮੂਡ ਠੀਕ ਨਹੀਂ ਸੀ ਹੁੰਦਾ। ਇੰਡੀਆ ਰਹਿੰਦਿਆਂ ਕਰਨ ਨੂੰ ਪੜ੍ਹਦੇ ਦੇਖ ਘਰ ਦੇ ਕੰਮਾਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਕਰਨ ਦੀ ਮੰਮੀ ਦੁਆਰਾ ਖਾਣ ਪੀਣ ਦੀਆਂ ਸਭ ਚੀਜ਼ਾਂ ਉਸਨੂੰ ਬਿਸਤਰੇ ਵਿੱਚ ਬੈਠਿਆਂ ਹੀ ਮਿਲ ਜਾਂਦੀਆਂ ਸਨ। ਕੱਪੜੇ ਧੋਤੇ ਅਤੇ ਪ੍ਰੈਸ ਕੀਤੇ ਹੋਏ ਮਿਲਦੇ। ਘਰ ਅੰਦਰਲੀ ਸਫਾਈ ਜਾਂ ਕਿਸੇ ਹੀ ਤਰ੍ਹਾਂ ਦੇ ਕਿਸੇ ਕੰਮ ਨੂੰ ਵੀ ਉਸਨੇ ਕਦੀ ਹੱਥ ਨਹੀਂ ਸੀ ਲਾਇਆ, ਪਰ ਕੈਨੇਡਾ ਆਉਣ ਤੇ ਉਹ ਸਭ ਕੁਝ ਉਹਨੂੰ ਆਪਣੇ ਹੱਥੀਂ ਕਰਨਾ ਪੈ ਗਿਆ। ਇਦੋਂ ਤਾਂ ਉੱਥੇ ਹੀ ਚੰਗੇ ਸੀ, ਪਤਾ ਨਹੀਂ ਇਹੋ ਜਿਹੇ ਕੀ ਆ ਇੱਥੇ ਜਿਸ ਕਰਕੇ ਪੰਜਾਬ ਦੇ ਸਾਰੇ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਆ ਭੱਜ ਰਹੇ ਨੇ। ਇਹ ਗੱਲ ਕਰਨ ਦੇ ਜ਼ਿਹਨ ਵਿੱਚ ਆਉਂਦੀ ਤਾਂ ਉਹ ਆਪਣੇ ਆਪ ਨੂੰ ਵੀ ਬੁਰਾ ਭਲਾ ਆਖਣ ਲੱਗ ਪੈਂਦਾ। ਨਾ ਉਹ ਇੱਥੇ ਆਉਂਦਾ ਅਤੇ ਨਾ ਉਸਨੂੰ ਉਸ ਸਭ ਕਾਸੇ ਦਾ ਸਾਹਮਣਾ ਕਰਨਾ ਪੈਂਦਾ। ਇਹੋ ਜਿਹੇ ਕਿੰਨੇ ਹੀ ਖਿਆਲ ਪਹਿਲੇ ਕੁਝ ਹਫ਼ਤੇ ਉਸਦੇ ਦਿਮਾਗ ਵਿੱਚ ਬਹੁਤ ਆਏ, ਪਰ ਉਸਨੂੰ ਕਿਸੇ ਨਾਲ ਵੀ ਸਾਂਝੇ ਕਰਨੋਂ ਉਹ ਝਿਜਕਦਾ ਰਿਹਾ। ਜਦੋਂ ਉਹ ਆਪਣੇ ਤੋਂ ਪਹਿਲਾਂ ਆਏ ਵਿਦਿਆਰਥੀਆਂ ਨੂੰ ਅਜਿਹੇ ਕੰਮ ਕਰਦੇ ਦੇਖਦਾ ਜਿਹੜੇ ਉਹਨਾਂ ਦੀ ਪੜ੍ਹਾਈ ਨਾਲ ਬਿਲਕੁਲ ਹੀ ਮੇਲ ਨਹੀਂ ਸਨ ਖਾਂਦੇ, ਤਾਂ ਉਸਨੂੰ ਲੱਗਦਾ ਜਿਵੇਂ ਕਿ ਉਹ ਸਾਰੇ ਮੂਰਖ ਹੋਣ। ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰਨ ਵਾਲਾ ਵਿਦਿਆਰਥੀ ਕਿਸੇ ਕੰਸਟਰਕਸ਼ਨ ਕੰਪਨੀ ਵਿੱਚ ਮਜ਼ਦੂਰ ਵੱਲੋਂ ਕੰਮ ਕਰ ਰਿਹਾ ਸੀ। ਇਸੇ ਹੀ ਤਰ੍ਹਾਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲਾ ਕਿਸੇ ਫਾਰਮ ਹਾਊਸ ਦੇ ਫਲ ਤੋੜਨ ਦਾ ਜਾਂ ਕੋਈ ਹੋਰ ਕੰਮ ਕਰਦਾ ਹੈ। ਨਰਸਿੰਗ ਦਾ ਕੋਰਸ ਕਰਦੀ ਕੁੜੀ ਕਿਸੇ ਪੰਜਾਬੀ ਢਾਬੇ 'ਤੇ ਕੰਮ ਕਰ ਰਹੀ ਹੈ ਅਤੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨ ਵਾਲਾ ਕਿਸੇ ਗੈਸ ਸਟੇਸ਼ਨ 'ਤੇ ਗੱਡੀਆਂ 'ਚ ਗੈਸ ਭਰ ਰਿਹਾ ਹੈ। ਇਹ ਜਿਹੇ ਕੰਮ ਤਾਂ ਇੰਡੀਆ ਵਿੱਚ ਵੀ ਬਥੇਰੇ ਮਿਲ ਜਾਂਦੇ ਨੇ, ਫਿਰ ਇੰਨੇ ਡਾਲਰ ਖਰਚ ਕਰਨ ਦਾ ਕੀ ਫਾਇਦਾ ਹੋਇਆ? ਇਹ ਸਭ ਕੁਝ ਦੇਖਦਿਆਂ ਕਰਨ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਰਹਿੰਦਾ। ਆਮ ਬੰਦੇ ਦਾ ਤਾਂ ਇੱਥੋਂ ਤੱਕ ਪਹੁੰਚਣਾ ਹੀ ਬੜਾ ਔਖਾ ਹੈ। ਹੁਣ ਤਾਂ ਵਿਦਿਆਰਥੀ ਇੱਕ ਟੈਸਟ ਪਾਸ ਕਰਕੇ ਆਸਾਨੀ ਨਾਲ ਵੀਜ਼ਾ ਲੈ ਇੱਥੇ ਆ ਰਹੇ ਨੇ, ਪਰ ਪਹਿਲੇ ਸਮਿਆਂ ਵਿੱਚ ਤਾਂ ਲੱਖਾਂ ਰੁਪਏ ਏਜੰਟਾਂ ਨੂੰ ਦੇਣ ਤੋਂ ਬਾਅਦ ਵੀ ਲੋਕ ਬੜੀ ਮੁਸ਼ਕਿਲ ਨਾਲ ਇੱਥੇ ਪਹੁੰਚਦੇ ਸਨ। ਇੱਕ ਦਿਨ ਮਕਾਨ ਮਾਲਕ ਨੇ ਕਰਨ ਨੂੰ ਕੋਲ ਬਿਠਾ ਉੱਥੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਦੀ ਮਹੱਤਤਾ ਬਾਰੇ ਸਮਝਾਇਆ। ਇੰਡੀਆ ਤੋਂ ਆਏ ਵਿਦਿਆਰਥੀਆਂ ਦੀ ਇੱਥੇ ਮਾੜੀ ਮੋਟੀ ਜਾਣ ਪਛਾਣ ਹੋਣ ਕਾਰਨ ਇੱਥੋਂ ਆਲੇ ਕੁਝ ਦਿਨ ਤਾਂ ਉਹਨਾਂ ਦੀ ਕੇਅਰ ਕਰ ਸਕਦੇ ਆ, ਪਰ ਜਿਹੜਾ ਕੁਝ ਉਹਨਾਂ ਨੂੰ ਆਪਣੇ ਮਾਪਿਆਂ ਤੋਂ ਮਿਲਦਾ ਹੋ ਇਹ ਇੱਥੇ ਨਹੀਂ ਮਿਲ ਸਕਣਾ। ਉਹ ਪੁੱਤਰ ਪੁਰਸ਼ ਕਰਨ ਨੂੰ ਲਗਾਤਾਰ ਨਸੀਹਤਾਂ ਦੇ ਰਿਹਾ ਸੀ। ਤੁਹਾਡੇ ਮਾਪਿਓ ਨੇ ਪਤਾ ਨਹੀਂ ਕਿੱਥੋਂ ਪੈਸੇ ਇਕੱਠੇ ਕਰ ਤੁਹਾਨੂੰ ਇੱਥੇ ਪਹੁੰਚਾਉਣ ਦਾ ਹਮਲਾ ਮਾਰਿਆ ਹੋ, ਪਰ ਹੁਣ ਤੁਸੀਂ ਇਹ ਆਸ ਲਾ ਦਿਓ ਕਿ ਤੁਹਾਨੂੰ ਉਹ
ਉਹਨਾਂ ਵੱਲੋਂ ਭੇਜਿਆ ਕੁਝ ਹੋਰ ਪੈਸਾ ਧੇਲਾ ਵੀ ਆਉਂਦਾ ਰਹੂ। ਆਪਣੀ ਪੜ੍ਹਾਈ ਅਤੇ ਰੋਜ਼ਾਨਾ ਦੇ ਖਰਚਿਆਂ ਦਾ ਪ੍ਰਬੰਧ ਤੁਹਾਨੂੰ ਆਪਣੇ ਆਪ ਹੀ ਕਰਨਾ ਪੈਣਾ ਹੈ। ਇਸੇ ਖਾਤਰ ਡਾਲਰ ਕਮਾਉਣ ਲਈ ਇੱਥੇ ਜਿਹੋ ਜਿਹਾ ਵੀ ਕੰਮ ਮਿਲਦਾ ਹੈ ਲੋੜਵੰਦ ਸਟੂਡੈਂਟਸ ਹੱਸ ਕੇ ਕਰ ਲੈਂਦੇ ਨੇ। ਕਈਆਂ ਨੂੰ ਤਾਂ ਮੈਂ $1 ਲਈ ਵੀ ਤਰਸਦੇ ਦੇਖਿਆ ਹੈ। ਉਸ ਬੰਦੇ ਦਾ ਆਖਿਆ ਕਰਨ ਨੂੰ ਬੁਰਾ ਤਾਂ ਬਹੁਤ ਲੱਗਿਆ, ਪਰ ਫਿਰ ਵੀ ਉਸਨੇ ਉਸ ਸਭ ਕਾਸੇ ਨੂੰ ਆਪਣੇ ਲੜ ਬੰਨ ਲਿਆ। ਪਹਿਲਾਂ ਕਿਤੇ ਹੋਰ ਰਹਿਣ ਦਾ ਪ੍ਰਬੰਧ ਕਰਦੇ ਹਾਂ, ਫਿਰ ਕੋਈ ਕੰਮ ਵੀ ਲੱਭਾਂਗੇ। ਉਸ ਬੰਦੇ ਦੀਆਂ ਗੱਲਾਂ ਸੁਣਨ ਤੋਂ ਬਾਅਦ ਕਰਨ ਨੂੰ ਉੱਥੇ ਹੋਰ ਟਿਕੇ ਰਹਿਣਾ ਬਹੁਤ ਹੀ ਔਖਾ ਲੱਗਿਆ ਸੀ।